ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਗੁਰਮਤ ਗਿਆਨ ਟੀਮ ਵੱਲੋਂ YouTube ਚੈਨਲ ਦੇ ਰਾਹੀਂ ਅਤੇ Facebook ਦੇ ਰਾਹੀਂ ਤੁਹਾਡੇ ਤੱਕ ਸਵਾਲ ਜਵਾਬ ਦਾ ਸਿਲਸਿਲਾ ਪਹੁੰਚਾਇਆ ਜਾਂਦਾ ਹੈ। ਤੁਹਾਡੇ ਵੱਲੋਂ ਸਵਾਲ ਆਉਂਦੇ ਨੇ ਅਤੇ ਦਾਸ ਇਹਨਾਂ ਦੇ ਆਪਣੀ ਬੁੱਧੀ ਅਨੁਸਾਰ ਜਵਾਬ ਦੇਣ ਦਾ ਯਤਨ ਕਰਦਾ ਹੈ। ਬਹੁਤ ਸੰਗਤਾਂ ਨੇ ਇਹਦੇ ਵਿੱਚ ਦਿਲਚਸਪੀ ਵਿਖਾਈ ਹੈ। ਅੱਜ ਆਪਾਂ ਸਵਾਲ ਜਵਾਬ ਦਾ ਭਾਗ ਨੰਬਰ 53 ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਪਹਿਲਾਂ ਸਵਾਲ ਨੰਬਰ 461। ਇੱਥੇ ਸਵਾਲ ਭੇਜਣ ਵਾਲੇ ਵੀਰ ਨੇ ਆਪਣਾ ਨਾਮ ਨਹੀਂ ਪਾਇਆ ਅਤੇ ਇਹ ਲਿਖਿਆ ਕਿ ਮੈਂ ਫਗਵਾੜਾ ਤੋਂ ਹਾਂ ਅਤੇ ਇਹਨੇ ਪੁੱਛਿਆ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਾਂ ਫਿਰ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇਹ ਪੰਗਤੀਆਂ ਗੁਰਬਾਣੀ ਨਾਲ ਮੇਲ ਨਹੀਂ ਖਾਂਦੀਆਂ। ਇਹਨੇ ਇਹ ਸਵਾਲ ਪੁੱਛਿਆ ਕਿ ਇਹਦੇ ਬਾਰੇ ਕੋਈ ਚਾਨਣਾ ਪਾਓ। ਗੁਰੂ ਪਿਆਰ ਵਾਲਿਓ, ਆਪਾਂ ਜੋ ਸਾਡੇ ਕੋਲੇ ਮੈਟਰ ਪਹੁੰਚਿਆ ਉਹ ਕੁਛ ਤਾਂ ਰਹਿਤਨਾਮੇ ਆਖਿਆ ਜਾਂਦਾ ਹੈ, ਕੁਛ ਗਿਆਨੀ ਗਿਆਨ ਸਿੰਘ ਦਾ ਮੈਟਰ ਹੈ, ਕੁਛ ਰਤਨ ਸਿੰਘ ਭੰਗੂ ਵੱਲੋਂ ਲਿਖਿਆ ਗਿਆ ਹੈ ਅਤੇ ਕਈ ਸਾਰੇ ਲੋਕ ਤਾਂ ਦਸਮ ਗ੍ਰੰਥ ਦੇ ਵਿੱਚੋਂ ਵੀ ਹਵਾਲੇ ਦੇਣ ਲੱਗ ਪੈਂਦੇ ਨੇ, ਜਾਂ ਫਿਰ ਸੂਰਜ ਪ੍ਰਕਾਸ਼ ਜਿਹੜਾ ਕਿ ਸੰਤੋਖ ਸਿੰਘ ਕਵੀ ਦਾ ਲਿਖਿਆ ਹੋਇਆ ਹੈ। ਇਹਨਾਂ ਦੇ ਵਿੱਚੋਂ ਜਿਹੜੀ ਪੰਗਤੀ ਜਿਸ ਵਿਅਕਤੀ ਨੂੰ ਚੰਗੀ ਲੱਗਦੀ ਹੈ ਉਹ ਚੁੱਕ ਕੇ ਪ੍ਰਚਾਰ ਦਿੰਦਾ ਹੈ, ਅਤੇ ਜਿਹੜੀ ਪੰਗਤੀ ਡੇਰੇਦਾਰ ਸਾਧਾਂ ਕੋਲੇ ਜਾਂ ਕਿਸੇ ਮਸ਼ਹੂਰ ਰਾਗੀ ਢਾਡੀ ਕਥਾਵਾਚਕ ਦੇ ਕੋਲੇ ਪਹੁੰਚ ਜਾਂਦੀ ਹੈ, ਜੇ ਉਹ ਆਪਣੇ ਸਾਧਨਾਂ ਦੇ ਰਾਹੀਂ ਲੋਕਾਂ ਤੱਕ ਉਸ ਪੰਗਤੀ ਨੂੰ ਪਹੁੰਚਾਵੇ ਤਾਂ ਉਹ ਲੋਕਾਂ ਦੇ ਅੰਦਰ ਬੈਠ ਜਾਂਦੀ ਹੈ ਅਤੇ ਉਹਨੂੰ ਸੱਚ ਮੰਨਣ ਲੱਗ ਪੈਂਦੇ ਨੇ। ਇਸੇ ਤਰ੍ਹਾਂ ਅਸੀਂ ਇਹ ਤਾਂ ਮੰਨਦੇ ਹਾਂ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਪਰ ਨਾਲ ਇਹ ਲਿਖਿਆ ਗੁਰੂ ਸਾਹਿਬ ਨੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਕਿਤੋਂ ਹੋਰ ਨਹੀਂ ਲੱਭਣ ਜਾਣਾ। ਗੁਰੂ ਜੋ ਕਹਿੰਦਾ ਹੈ ਭਾਵ ਕਿ ਗਿਆਨ ਦੇ ਰਾਹੀਂ ਜੋ ਸਾਨੂੰ ਅਗਵਾਈ ਮਿਲਦੀ ਹੈ ਉਸ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਹੈ ਅਤੇ ਤੁਹਾਡੇ ਅੰਦਰ ਗੁਰੂ ਦੀ ਜੋਤ ਟਿਕ ਜਾਣੀ ਹੈ। ਤੁਸੀਂ ਹੀ ਗੁਰੂ ਦਾ ਰੂਪ ਬਣ ਜਾਣਾ ਹੈ, ਕਿਉਂਕਿ ਅਸੀਂ ਰੋਜ਼ ਤਾਂ ਕਹੀ ਜਾਂਦੇ ਹਾਂ ਕਿ ਗੁਰੂ ਸਾਡਾ ਪਿਤਾ ਹੈ ਅਤੇ ਕਦੀ ਰੱਬ ਨੂੰ ਆਪਾਂ ਪਿਤਾ ਕਹਿੰਦੇ ਹਾਂ, ਪਰ ਆਪਣੇ ਅੰਦਰ ਪਿਤਾ ਵਾਲੇ ਗੁਣ ਪੈਦਾ ਕਰਨ ਨੂੰ ਤਿਆਰ ਨਹੀਂ ਹਾਂ। ਇੱਥੇ ਆਪਾਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਜਿਹੜੀਆਂ ਪੰਗਤੀਆਂ ਨੇ ਰਹਿਤਨਾਮਿਆਂ 'ਚ ਅਤੇ ਜਿਹੜੇ ਗਿਆਨੀ ਗਿਆਨ ਸਿੰਘ ਆਦਿਕ ਦੇ ਜੋ ਪੋਥੀਆਂ ਲਿਖੀਆਂ ਹੋਈਆਂ ਨੇ ਉਹਦੇ ਵਿੱਚੋਂ ਲਈਆਂ ਗਈਆਂ ਨੇ। ਪ੍ਰਗਟ ਗੁਰਾਂ ਕੀ ਦੇ ਪੁਰਾਤਨ ਰਹਿਤਨਾਮੇ ਨੇ ਜਿਹੜੇ, ਪਿਆਰਾ ਸਿੰਘ ਪਦਮ ਨੇ ਇੱਥੋਂ ਤੱਕ ਲਿਖਿਆ ਹੋਇਆ ਕਿ ਰਹਿਤਨਾਮਿਆਂ 'ਚ ਇਹ ਲਿਖਿਆ ਹੋਇਆ ਕਿ ਪੰਥ ਖਾਲਸਾ ਜਾਣਿਓ ਪ੍ਰਗਟ ਗੁਰਾਂ ਕੀ ਦੇ, ਕਿ ਮੇਰਾ ਖਾਲਸਾ ਪੰਥ ਹੈ ਜਿਹੜਾ, ਮੇਰੀ ਸੰਗਤ ਹੈ ਜਿਹੜੀ, ਇਹੋ ਹੀ ਮੇਰੇ ਦੇਹ ਹੈ। ਮੈਂ ਜਾਣੀ ਕਿ ਗੁਰੂ ਗੋਬਿੰਦ ਸਿੰਘ ਤੋਂ ਅਖਵਾਈ ਗਈ ਹੈ ਇਹ ਗੱਲ ਕਿ ਮੈਂ ਇਹਨਾਂ ਨੂੰ ਹੀ ਆਪਣੇ ਪੁੱਤਰ ਧੀਆਂ ਸਵੀਕਾਰ ਕਰਦਾ ਹਾਂ। ਇਹਨਾਂ ਨੂੰ ਮੇਰੇ ਵਿੱਚੋਂ ਦੀ ਇਹਨਾਂ ਦਾ ਹੀ ਰੂਪ ਮੇਰੀ ਦੇਹ ਦਾ ਰੂਪ ਹੈ, ਕਿਉਂਕਿ ਮਾਤਾ ਪਿਤਾ ਤੋਂ ਪੈਦਾ ਹੋਏ ਬੱਚੇ ਉਹ ਮਾਤਾ ਪਿਤਾ ਦਾ ਹੀ ਅੰਸ਼ ਅੰਗ ਹੁੰਦੇ ਨੇ। ਤਾਂ ਇੱਥੇ ਇਸ ਚੀਜ਼ ਨੂੰ ਇਹ ਕਹਿ ਦਿੱਤਾ ਗਿਆ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਇਹ ਗਿਆਨੀ ਗਿਆਨ ਸਿੰਘ ਨੇ ਲਿਖ ਦਿੱਤਾ। ਤਾਂ ਜਦੋਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਬਣਾ ਕੇ ਪੂਜਾ ਕਰਨ ਵਾਸਤੇ ਸਾਧਾਂ ਨੂੰ ਸੰਤਾਂ ਨੂੰ ਇਹ ਗੱਲ ਵਧੀਆ ਲੱਗੀ, ਉਹਨਾਂ ਨੇ ਆਪਣੇ ਡੇਰਿਆਂ ਦੇ ਵਿੱਚ ਇਹਦਾ ਜ਼ੋਰ ਸ਼ੋਰ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਹ ਲਿਖੀ ਹੋਈ ਰਹਿਤਨਾਮਿਆਂ 'ਚ ਨਹੀਂ ਸੀ। ਜਿਹੜੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਇਹ ਗਿਆਨੀ ਗਿਆਨ ਸਿੰਘ ਦਾ ਲਿਖਿਆ ਹੋਇਆ ਅਤੇ ਗਿਆਨੀ ਗਿਆਨ ਸਿੰਘ ਦਾ ਜਿਹੜੀ ਮੌਤ ਹੈ 1920 ਦੇ ਨੇੜੇ ਤੇੜੇ ਹੋਈ ਹੈ ਅਤੇ ਇਹ 100 ਸਾਲ ਦੀ ਉਮਰ ਭੋਗ ਕੇ ਮਰਿਆ ਅਤੇ ਇਹਨੇ ਬਹੁਤ ਕੁਝ ਲਿਖ ਦਿੱਤਾ। ਵਿੱਚ ਚੰਗਾ ਵੀ ਹੈ ਅਤੇ ਮਾੜਾ ਵੀ ਬਹੁਤ ਜ਼ਿਆਦਾ ਹੈ, ਛਾਂਟੀ ਕਰਨ ਦੀ ਲੋੜ ਹੈ। ਤੋ ਡੇਰੇਦਾਰ ਸਾਧਾਂ ਨੇ ਪ੍ਰਗਟ ਗੁਰਾਂ ਕੀ ਦੇਹ ਨੂੰ ਪ੍ਰਚਾਰ ਦਿੱਤਾ। ਜਦੋਂ ਗੁਰਾਂ ਦੀ ਦੇਹ ਬਣ ਗਈ ਅਤੇ ਦੇਹ ਨੂੰ ਤਾਂ ਫਿਰ ਭੋਗ ਵੀ ਲੱਗਣਾ ਹੈ, ਦੇਹ ਨੂੰ ਗਰਮੀ ਸਰਦੀ ਤੋਂ ਵੀ ਬਚਾਉਣਾ ਹੈ, ਪੱਖੇ ਵੀ ਚਲਾਉਣੇ ਨੇ, AC ਵੀ ਲਾਉਣੇ ਨੇ ਅਤੇ ਉਹਨੂੰ ਫਿਰ ਰਮਾਲੇ ਵੀ ਦੇਣੇ ਨੇ। ਕਿੰਨਾ ਕੁਝ ਆਪਣੀ ਮਰਜ਼ੀ ਦਾ ਅਡੰਬਰ ਰਚ ਦਿੱਤਾ ਸਾਧਾਂ ਨੇ, ਅਤੇ ਗੁਰੂ ਨੂੰ ਜਿਹੜਾ ਕਿ ਗਿਆਨ ਰੂਪ ਸੀ ਉਹਨੂੰ ਦੇਹ ਬਣਾ ਕੇ ਰੱਖ ਦਿੱਤਾ। ਵਿੱਚ ਗਿਆਨ ਕੀ ਹੈ ਇਹਦੇ ਬਾਰੇ ਕੋਈ ਵੀ ਪਤਾ ਨਹੀਂ ਹੈ, ਨਾ ਦੱਸਿਆ ਜਾਂਦਾ ਅਤੇ ਨਾ ਸਿੱਖ ਇਹ ਜਾਣਨ ਦੀ ਕੋਸ਼ਿਸ਼ ਕਰਦੇ ਨੇ। ਸੋ ਗੁਰੂ ਪਿਆਰ ਵਾਲਿਓ,
ਇਹ ਪੰਗਤੀਆਂ ਗੁਰਬਾਣੀ ਨਾਲ ਮੇਲ ਨਹੀਂ ਖਾਂਦੀਆਂ। ਇਹਨਾਂ ਤੋਂ ਜੇ ਬਚ ਸਕਦੇ ਹੋ ਤਾਂ ਬਚਿਆ ਜਾਵੇ। ਅਤੇ ਜੇ ਕੋਈ ਬਹੁਤਾ ਸਵਾਲ ਕਰੇ ਕਿ ਭਾਈ ਤੁਸੀਂ ਤਾਂ ਗਲਤ ਮਰਿਆਦਾ ਕਰ ਰਹੇ ਹੋ, ਉਹਨਾਂ ਨੂੰ ਇੰਨਾ ਕੀ ਕਹਿ ਦਿਆ ਕਰੋ, ਕਹਿੰਦੇ ਪਹਿਲਾਂ ਦਰਬਾਰ ਸਾਹਿਬ ਦੀ ਮਰਿਆਦਾ ਠੀਕ ਕਰ ਲਓ ਭਾਈ। ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਤਾਂ ਇਹ ਦੋਹਰਾ ਪ੍ਰਗਟ ਗੁਰਾਂ ਕੀ ਦੇ ਜਾਂ ਬੋਲੇ ਸੋ ਨਿਹਾਲ ਦਾ ਜਕਾਰਾ, ਇਹ ਤਾਂ ਉੱਥੇ ਬੋਲੇ ਹੀ ਨਹੀਂ ਜਾਂਦੇ। ਤੁਸੀਂ ਮੈਨੂੰ ਕੀ ਸਮਝਾਓਗੇ, ਪਹਿਲਾਂ ਉਹਨਾਂ ਨੂੰ ਤੇ ਜਾ ਕੇ ਸਮਝਾ ਲਓ। ਆਪੋ ਆਪਣੀ ਮਰਿਆਦਾ ਹਰੇਕ ਗੁਰਦੁਆਰੇ 'ਚ ਬਣੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੇ ਨਹੀਂ ਹੈ, ਇਹ ਗਿਆਨ ਦਾ ਸੋਮਾ ਹੈ। ਆਪਾਂ ਇਸ ਤੋਂ ਗਿਆਨ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਅਤੇ ਸਿਆਣੇ ਮਨੁੱਖ ਬਣ ਕੇ ਸਮਾਜ ਦਾ ਅਤੇ ਆਪਣੇ ਪਰਿਵਾਰ ਦਾ, ਆਪਣੇ ਆਪੇ ਦਾ ਭਲਾ ਕਰਨ ਦੇ ਵਿੱਚ ਜਿੰਨਾ ਹੋ ਸਕੇ ਆਪਾਂ ਯੋਗਦਾਨ ਪਾਉਣਾ ਹੈ। ਅੱਗੇ ਸਵਾਲ ਨੰਬਰ 462 ਇਹ ਨੇ ਭਾਈ ਬਲਜਿੰਦਰ ਸਿੰਘ ਕੰਗ, ਖਡੂਰ, ਜ਼ਿਲ੍ਹਾ ਤਰਨਤਾਰਨ ਤੋਂ। ਇਹਨਾਂ ਦਾ ਸਵਾਲ ਹੈ, ਜੇ ਕੋਈ ਇਨਸਾਨ ਬਿਮਾਰ ਹੋਵੇ, ਉਸ ਤੋਂ ਖਲੋਤਾ ਜਾਂ ਤੁਰਿਆ ਨਾ ਜਾਵੇ, ਤਾਂ ਕੀ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਅਰਦਾਸ ਕਰ ਸਕਦਾ ਹੈ? ਜੀ ਹਾਂ, ਬਿਲਕੁਲ ਕਰ ਸਕਦਾ ਹੈ। ਅਤੇ ਪਹਿਲੀ ਗੱਲ ਤਾਂ ਇਹ ਇੱਕ ਸਾਨੂੰ ਮਨ ਦੇ ਵਿੱਚੋਂ ਗੱਲ ਕੱਢ ਦੇਣੀ ਚਾਹੀਦੀ ਹੈ ਕਿ ਅਰਦਾਸ ਕਰਨ ਨਾਲ ਅਸੀਂ ਤੰਦਰੁਸਤ ਹੋ ਜਾਵਾਂਗੇ, ਇਹਦੀ ਕੋਈ ਗਰੰਟੀ ਨਹੀਂ ਹੈ। ਇਹ ਕੇਵਲ ਆਪੋ ਆਪਣੇ ਮਨ ਦਾ ਵਿਸ਼ਵਾਸ ਹੈ। ਕੋਈ ਮੜੀਆਂ 'ਤੇ ਅਰਦਾਸਾਂ ਕਰਦਾ, ਕੋਈ ਕਬਰਾਂ 'ਤੇ ਕਰਦਾ, ਕੋਈ ਪੀਰਾਂ 'ਤੇ ਬਾਬਿਆਂ 'ਤੇ ਕਰਦਾ ਅਤੇ ਕੋਈ ਸਾਧਾਂ ਦੇ ਡੇਰਿਆਂ 'ਤੇ ਕਰਦਾ। ਇਹ ਅਰਦਾਸਾਂ ਨਾਲ ਜੇ ਸਾਰੇ ਕੰਮ ਸੁਧਰਨੇ ਹੁੰਦੇ ਤਾਂ ਹੁਣ ਤੱਕ ਦੁਨੀਆ ਦੇ ਵਿੱਚੋਂ ਮੁਸੀਬਤਾਂ ਖਤਮ ਹੋ ਜਾਣੀਆਂ ਸੀ। ਅਤੇ ਇਹ ਜਿਹੜੀਆਂ ਮਰਿਆਦਾਵਾਂ ਬਣਾ ਦਿੱਤੀਆਂ ਕਿ ਅਰਦਾਸ ਖੜ੍ਹੇ ਹੋ ਕੇ ਕਰਨੀ ਹੈ, ਕਿ ਅਰਦਾਸ ਬੈਠ ਕੇ ਕਰਨੀ ਹੈ, ਇਹਦੀ ਤਾਕਤ ਵੱਧ ਜਾਂਦੀ ਹੈ। ਇਹ ਸਾਰਾ ਪੁਜਾਰੀਆਂ ਦੀਆਂ ਕਾਢਾਂ ਨੇ। ਅਤੇ ਗੁਰਬਾਣੀ ਤਾਂ ਇਹ ਵੀ ਸਾਨੂੰ ਕਹਿੰਦੀ ਹੈ ਕਿ ਊਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ। ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ, ਤੁਰਦਿਆਂ, ਫਿਰਦਿਆਂ ਗੁਰਬਾਣੀ ਨੂੰ ਗਾਉਂਦੇ ਰਹਿਣਾ। ਕੀ ਆਪਾਂ ਹਰ ਵਕਤ 24 ਘੰਟੇ ਸਵਾਸ ਸਵਾਸ ਗੁਰਬਾਣੀ ਨੂੰ ਗਾ ਸਕਦੇ ਹਾਂ ਜਾਂ ਪੜ੍ਹ ਸਕਦੇ ਹਾਂ? ਨਹੀਂ, ਇਹਦਾ ਮਤਲਬ ਹੁੰਦਾ ਕਿ ਗੁਰਬਾਣੀ ਦੇ ਅਸੂਲਾਂ ਨੂੰ ਜਿੰਨਾ ਹੋ ਸਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਨ ਦਾ ਉਪਰਾਲਾ ਕਰਨਾ ਹੈ। ਅਤੇ ਇਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਜੇ ਕੋਈ ਇਨਸਾਨ ਬਿਮਾਰ ਹੋਵੇ, ਉਸ ਤੋਂ ਖਲੋਤਾ ਨਾ ਜਾਵੇ, ਕੀ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਅਰਦਾਸ ਕਰ ਸਕਦਾ ਹੈ? ਹਾਂਜੀ, ਕਰ ਸਕਦਾ ਹੈ। ਕਿ ਅਸੀਂ ਰੋਜ਼ਾਨਾ ਹੀ ਸਾਡੇ ਅੱਜ TV ਚੈਨਲਾਂ 'ਤੇ ਅਰਦਾਸ ਹੋ ਰਹੀ ਹੁੰਦੀ ਹੈ ਦਰਬਾਰ ਸਾਹਿਬ 'ਚੋਂ ਜਾਂ ਦਿੱਲੀ ਦੇ ਅਧੀਨ ਜਿਹੜਾ ਟਾਈਮ TV ਚੜ੍ਹਦੀ ਕਲਾ ਗੁਰਦੁਆਰਾ ਹੈ ਬੰਗਲਾ ਸਾਹਿਬ, ਉੱਥੋਂ ਵੀ। ਅਤੇ ਜਦੋਂ ਉਹ ਅਰਦਾਸ ਕਰਦੇ ਨੇ ਕਿ ਅਸੀਂ ਉਹਨਾਂ ਵਾਂਗੂ ਖੜ੍ਹੇ ਹੋ ਕੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ? ਜੀ ਨਹੀਂ, ਅਸੀਂ ਆਪੋ ਆਪਣੀ ਥਾਵਾਂ 'ਤੇ ਬੈਠੇ ਹੁੰਦੇ ਹਾਂ। ਕੋਈ ਵੇਖ ਰਿਹਾ ਹੁੰਦਾ ਅਤੇ ਕੋਈ ਹੋਰ ਗੱਲਾਂ ਮਾਰ ਰਿਹਾ ਹੁੰਦਾ। ਅਤੇ ਇਹ ਹੈ ਇੱਕ ਉਹਨਾਂ ਦੇ ਗੁਰਦੁਆਰੇ ਦਾ ਡਿਸਪਲਿਨ ਹੈ। ਉਹ ਜੇ ਚਾਹੁਣ ਕਿ ਤੁਹਾਨੂੰ ਅਰਦਾਸ ਕਰਨ ਦੇਣ ਜਾਂ ਨਾ ਕਰਨ ਦੇਣ, ਇਹ ਤਾਂ ਇੱਕ ਗੁਰਦੁਆਰੇ ਦਾ ਪਰਸਨਲ ਫੈਸਲਾ ਤਾਂ ਹੋ ਸਕਦਾ ਹੈ, ਪਰ ਗੁਰੂ ਸਾਹਿਬ ਨੇ ਸਾਨੂੰ ਇਹੋ ਜਿਹੇ ਕੰਮਾਂ ਤੋਂ ਕਿਤੇ ਵੀ ਨਹੀਂ ਰੋਕਿਆ। ਗੁਰਬਾਣੀ ਬੈਠ ਕੇ ਵੀ ਪੜ੍ਹੀ ਜਾ ਸਕਦੀ ਹੈ, ਲੰਮੇ ਪੈ ਕੇ ਵੀ ਪੋਥੀ ਪੜ੍ਹੀ ਜਾ ਸਕਦੀ ਹੈ। ਅਤੇ ਉਹ ਆਪਣਾ ਜਿਵੇਂ ਜਿਵੇਂ ਸਰੀਰ ਇਜਾਜ਼ਤ ਦਿੰਦਾ ਉਸ ਤਰ੍ਹਾਂ ਗੁਰਬਾਣੀ ਤੋਂ ਲਾਹਾ ਲਿਆ ਜਾ ਸਕਦਾ। ਅੱਜ ਤਾਂ ਗੁਰਬਾਣੀ ਮੋਬਾਈਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਾਰੇ ਦੇ ਸਾਰੇ ਆਪਾਂ ਡਾਊਨਲੋਡ ਕਰ ਸਕਦੇ ਹਾਂ ਅਤੇ ਬਹੁਤਿਆਂ ਨੇ ਕੀਤੇ ਹੋਏ ਨੇ। ਅਰਥਾਂ ਸਮੇਤ ਪੋਥੀਆਂ ਵੀ ਮੋਬਾਈਲ ਦੇ ਵਿੱਚ ਮੌਜੂਦ ਨੇ, ਸੀਡੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮੌਜੂਦ ਨੇ, ਪੈਨ ਡਰਾਈਵ ਵਿੱਚ ਮੌਜੂਦ ਨੇ। ਇਸ ਤਰ੍ਹਾਂ ਇਹ ਪ੍ਰਚਾਰ ਦੇ ਸਾਧਨਾਂ ਦੀ ਵਰਤੋਂ ਕਰਨੀ ਸਾਡੇ ਵਾਸਤੇ ਬਹੁਤ ਲਾਹੇਵੰਦ ਹੈ। ਸੋ ਇਹ ਬੈਠਣਾ, ਉੱਠਣਾ, ਤੁਰਨਾ ਜਾਂ ਖਲੋਣਾ, ਇਹਦਾ ਕੋਈ ਭਰਮ ਨਹੀਂ ਕਰਨਾ। ਇਹ ਪੁਜਾਰੀਆਂ ਦਾ ਪਾਇਆ ਭਰਮ ਹੈ। ਆਪਾਂ ਇਹਦੇ ਵਿੱਚ ਉਲਝ ਕੇ ਰਹਿ ਜਾਂਦੇ ਹਾਂ। ਖੜ੍ਹੇ ਹੋਣਾ, ਬੈਠੇ ਹੋਣਾ ਕੋਈ ਮਾਇਨੇ ਨਹੀਂ ਰੱਖਦਾ। ਗੱਲ ਹੈ ਤੁਹਾਡੇ ਮਨ ਦੀ ਭਾਵਨਾ ਦੀ ਹੈ ਕਿ ਤੁਸੀਂ ਕਿਸ ਭਾਵਨਾ ਦੇ ਨਾਲ ਕੰਮ ਕਰ ਰਹੇ ਹੋ, ਗੁਰਬਾਣੀ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰ ਰਹੇ ਹੋ ਕਿ ਨਹੀਂ ਕਰ ਰਹੇ, ਕਿੰਨੀ ਕੁ ਤੁਹਾਨੂੰ ਗੁਰਬਾਣੀ ਦੀ ਜਾਣਕਾਰੀ ਹੈ, ਗੁਰਬਾਣੀ ਦੀ ਵਿਚਾਰਧਾਰਾ ਕੀ ਹੈ। ਇਹਨਾਂ ਗੱਲਾਂ ਨੂੰ ਸਮਝਣਾ ਜ਼ਰੂਰੀ ਹੈ। ਅਤੇ ਬੈਠ ਕੇ ਜਾਂ ਉੱਠ ਕੇ ਅਰਦਾਸ ਕਰਨੀ, ਇਹਦੇ ਕੋਈ ਮਾਇਨੇ ਨਹੀਂ। ਇਹ ਹਰੇਕ ਗੁਰਦੁਆਰੇ ਦਾ ਆਪੋ ਆਪਣਾ ਡਿਸਪਲਿਨ ਹੈ। ਅਤੇ ਉਹ ਜਿਹੜੇ ਆਪਣੇ ਡਿਸਪਲਿਨ ਨੇ ਉਹ ਤੁਹਾਨੂੰ ਜੇ ਨਹੀਂ ਚੰਗੇ ਲੱਗਦੇ ਤਾਂ ਤੁਸੀਂ ਉੱਥੇ ਨਾ ਜਾਓ, ਆਪਣੇ ਘਰ ਦੇ ਵਿੱਚ ਹੀ ਤੁਸੀਂ ਅਰਦਾਸ ਕਰ ਸਕਦੇ ਹੋ। ਕੋਈ ਭਰਮ ਨਹੀਂ ਕਰਨਾ। ਅਤੇ ਗੁਰੂ ਤਾਂ ਹਰ ਥਾਂ 'ਤੇ ਆਪਾਂ ਕਹਿੰਦੇ ਹਾਂ ਕਿ ਪਰਮਾਤਮਾ ਦੀ ਜੋਤ ਹਰ ਥਾਂ 'ਤੇ ਮੌਜੂਦ ਹੈ। ਰੱਬ ਕੋਈ ਗੁਰਦੁਆਰੇ 'ਚ ਹੀ ਨਹੀਂ ਬੈਠਾ, ਮੰਦਰ ਜਾਂ ਮਸਜਿਦ ਦੇ ਵਿੱਚ ਹੀ ਨਹੀਂ ਬੈਠਾ। ਇਹ ਸਾਡੇ ਮਨ ਦੇ ਵਹਿਮ ਨੇ, ਪੁਜਾਰੀ ਨੇ ਪਾਏ ਹੋਏ ਨੇ ਤਾਂ ਕਿ ਅਸੀਂ ਪੁਜਾਰੀਆਂ ਨੂੰ ਧਰਮ ਸਥਾਨ 'ਤੇ ਜਾ ਕੇ
ਮਾਇਆ ਦੇ ਸਕੀਏ, ਉਹਨਾਂ ਕੋਲੋਂ ਅਰਦਾਸਾਂ ਕਰਵਾ ਸਕੀਏ ਅਤੇ ਆਪਣੇ ਮਨ ਦਾ ਜਿਹੜਾ ਬੋਝ ਬਣਿਆ ਹੋਇਆ ਉਹਨੂੰ ਅਸੀਂ ਹਲਕਾ ਕਰ ਸਕੀਏ। ਇਸ ਤਰ੍ਹਾਂ ਦੇ ਇਹ ਭਰਮ ਮੁਕਤ ਹੋ ਜਾਣਾ ਸਾਨੂੰ ਚਾਹੀਦਾ ਹੈ। ਅੱਗੇ ਸਵਾਲ ਨੰਬਰ 463, ਇਹ ਭਾਈ ਹਰਵਿੰਦਰ ਸਿੰਘ ਜਲੰਧਰ ਤੋਂ ਨੇ। ਇਹਨਾਂ ਨੇ ਸਵਾਲ ਕੀਤਾ ਕਿ 1 ਮਾਰਚ, ਪਰ ਇਹਨਾਂ ਨੇ ਅੱਗੇ ਸੰਨ ਨਹੀਂ ਲਿਖਿਆ ਕਿ ਕਿਹੜੇ ਸੰਨ ਦੀ ਗੱਲ ਕਰ ਰਹੇ ਨੇ, ਕਿ 1 ਮਾਰਚ ਨੂੰ ਜਗਤਾਰ ਸਿੰਘ ਤਰਪੱਲਾ ਫਤਿਹਗੜ੍ਹ ਚੂੜੀਆਂ ਦਰਬਾਰ ਸਾਹਿਬ ਅੰਮ੍ਰਿਤਸਰ ਵੀਲ ਚੇਅਰ 'ਤੇ ਆਪਣੇ ਪਰਿਵਾਰ ਨਾਲ ਮੱਥਾ ਟੇਕਣ ਆਇਆ। ਦੁੱਖ ਭੰਜਨੀ ਬੇਰੀ ਕੋਲ ਉਸ ਦੇ ਪਰਿਵਾਰ ਨੇ ਕੇਸਾਂ ਸਮੇਤ ਬਾਲਟੀਆਂ ਨਾਲ ਉੱਤੇ ਪਾਣੀ ਪਾ ਕੇ ਉਸ ਨੂੰ ਇਸ਼ਨਾਨ ਕਰਵਾਇਆ। ਫਿਰ ਉਹ ਦਰਬਾਰ ਸਾਹਿਬ ਉਸ ਨੂੰ ਮੱਥਾ ਟੇਕਣ ਲੈ ਗਏ। ਅਰਦਾਸ ਤੋਂ ਬਾਅਦ ਇਹ ਭਾਈ, ਜਿਹੜਾ ਕਿ ਲੱਤਾਂ ਤੋਂ ਨਕਾਰਾ ਸੀ, ਖੜਾ ਨਹੀਂ ਸੀ ਹੋ ਸਕਦਾ, ਕਹਿੰਦੇ ਆਪੇ ਖੜਾ ਹੋ ਗਿਆ। ਕੀ ਇਹ ਸਹੀ ਹੈ? ਇਹ ਸਵਾਲ ਇਹਨਾਂ ਨੇ ਪੁੱਛਿਆ। ਗੁਰੂ ਪਿਆਰ ਵਾਲਿਓ, ਇਹੋ ਜਿਹੀਆਂ ਗੱਪਾਂ ਪਹਿਲਾਂ ਵੀ ਬਹੁਤ ਮਾਰੀਆਂ ਗਈਆਂ ਨੇ, ਅਤੇ ਕੋਈ ਗੁਜਰਾਤ ਦਾ ਵੀ ਇੱਕ ਬੰਦਾ 2005 ਦੇ ਵਿੱਚ ਆਇਆ ਕਿਹਾ ਗਿਆ, ਉਹਦੇ ਤੋਂ ਬਿਆਨ ਵੀ ਦਵਾਏ ਗਏ ਕਿ ਉਹ ਕੈਂਸਰ ਦਾ ਮਰੀਜ਼ ਸੀ। ਇੱਥੇ ਆ ਕੇ ਉਹਨੇ ਇਸ਼ਨਾਨ ਕੀਤਾ ਅਤੇ ਅਖੰਡ ਪਾਠ ਕਰਵਾਇਆ, ਬਾਣੀ ਸੁਣੀ ਅਤੇ ਉਹਦਾ ਕੈਂਸਰ ਖਤਮ ਹੋ ਗਿਆ। ਕੋ ਸਤਨਾਮ। ਇਹ ਕਹਾਣੀਆਂ ਵੀ ਪੁਜਾਰੀਆਂ ਨੇ ਜੋੜੀਆਂ ਹੋਈਆਂ ਨੇ। ਪਰ ਮੇਰਾ ਸਿੱਧਾ ਸਵਾਲ ਹੁੰਦਾ ਕਿ ਸ਼੍ਰੋਮਣੀ ਕਮੇਟੀ ਨੂੰ ਗੁਰੂ ਰਾਮਦਾਸ ਹਸਪਤਾਲ ਬਣਾਉਣ ਦੀ ਫਿਰ ਕੀ ਲੋੜ ਪਈ ਸੀ? ਅੰਮ੍ਰਿਤਸਰ ਦੇ ਵਿੱਚ ਹੀ ਗੁਰੂ ਰਾਮਦਾਸ ਸਾਹਿਬ ਦੇ ਨਾਮ 'ਤੇ ਹਸਪਤਾਲ ਬਣਿਆ ਹੋਇਆ। ਫਿਰ ਤਾਂ ਇਹਨਾਂ ਨੂੰ ਚਾਹੀਦਾ ਸੀ ਕਿ ਦੁੱਖ ਭੰਜਨੀ ਬੇਰੀ ਕੋਲੇ ਜਾਂ ਹੋਰ ਕਿਸੇ ਵੀ ਥਾਂ 'ਤੇ ਸਰੋਵਰ ਦੇ ਵਿੱਚ ਪਕੜ ਕੇ ਚੁੱਭੀਆਂ ਲਵਾ ਦਿੰਦੇ ਬਿਮਾਰ ਬੰਦਿਆਂ ਨੂੰ, ਅਤੇ ਹਸਪਤਾਲ ਦੇ ਵਿੱਚ ਭੇਜਣ ਦੀ ਲੋੜ ਨਹੀਂ, ਅਤੇ ਚੁੱਭੀ ਲਾ ਕੇ ਝਟਪਟ ਤੰਦਰੁਸਤ ਹੋ ਜਾਣਾ ਸੀ। ਹਸਪਤਾਲ ਦੇ ਵਿੱਚ ਤਾਂ ਟਾਈਮ ਵੀ ਲੱਗਦਾ, ਖਰਚੇ ਵੀ ਬਹੁਤ ਆਉਂਦੇ ਨੇ। ਅਤੇ ਫਿਰ ਇੱਥੇ ਹੀ ਪਿੰਗਲਵਾੜਾ ਬਣਿਆ ਹੋਇਆ ਅੰਮ੍ਰਿਤਸਰ ਦੇ ਵਿੱਚ, ਅਤੇ ਕਿੰਨੇ ਸਾਰੇ ਅਪਾਹਜ ਵਿਅਕਤੀ, ਭਿਆਨਕ ਬਿਮਾਰੀਆਂ ਵਾਲੇ ਉੱਥੇ ਮੌਜੂਦ ਨੇ। ਉਹਨਾਂ ਨੂੰ ਲਿਆ ਕੇ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਦੁੱਖ ਭੰਜਨੀ ਕੋਲੇ ਜਾਂ ਜਿਹੜਾ ਹੋਰ ਪਵਿੱਤਰ ਥਾਂ ਤੁਸੀਂ ਸਮਝਦੇ ਹੋ, ਇਸ਼ਨਾਨ ਕਰਾਈ ਜਾਓ ਅਤੇ ਉਹਨਾਂ ਨੂੰ ਤੰਦਰੁਸਤ ਕਰੀ ਜਾਓ। ਦੁਨੀਆ ਦੇ ਵਿੱਚ ਕਿੰਨੇ ਸਾਰੇ ਲੋਕ ਕਿੰਨੀਆਂ ਬਿਮਾਰੀਆਂ ਨਾਲ ਗ੍ਰਸਤ ਨੇ, ਅਤੇ ਉਹਨਾਂ ਦੇ ਰੋਗ ਤਾਂ ਅੱਜ ਤੱਕ ਤੁਸੀਂ ਇੱਥੇ ਦੂਰ ਨਹੀਂ ਕਰਵਾਏ। ਜਦੋਂ ਕਿ ਇਹ ਸਾਰਾ ਝੂਠ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖਲੋ ਕੇ ਵੀ ਬੋਲਣ ਤੋਂ ਸ਼ਰਮ ਨਹੀਂ ਕਰਦੇ। ਇਹ ਪੁਜਾਰੀ ਤਬਕਾ ਲੋਕਾਂ ਨੂੰ ਗੁੰਮਰਾਹ ਕਰਦਾ ਹੈ, ਝੂਠ ਬੋਲ ਕੇ, ਇਹੋ ਜਿਹੀਆਂ ਕਹਾਣੀਆਂ ਘੜ ਕੇ। ਦੇਖੋ ਜੀ, ਉਹਦੀਆਂ ਤੇ ਲੱਤਾਂ ਠੀਕ ਹੋ ਗਈਆਂ। ਮੈਂ ਤਾਂ ਇੱਥੋਂ ਤੱਕ ਅੰਦਰ ਦੇ ਭੇਤ ਜਾਣਦਾ ਕਿ ਦਰਬਾਰ ਸਾਹਿਬ ਦੇ ਵਿੱਚ ਕਿਸੇ ਵਿਅਕਤੀ ਨੂੰ ਵੀਲ ਚੇਅਰ 'ਤੇ ਬੈਠ ਕੇ ਜਾਣ ਦੀ ਅੱਜ ਤੱਕ ਇਜਾਜ਼ਤ ਹੀ ਨਹੀਂ ਮਿਲੀ। ਉਹ ਕਹਿੰਦੇ ਨੇ ਗੁਰੂ ਸਾਹਿਬ ਦਾ ਅਪਮਾਨ ਹੋ ਜਾਵੇਗਾ। ਇੱਥੇ ਤਾਂ ਜਿਹੜਾ ਤੁਰ ਕੇ ਜਾ ਸਕਦਾ ਉਹੀ ਜਾ ਸਕਦਾ। ਸ਼ਾਇਦ ਲੱਤਾਂ ਬਾਹਰਾਂ ਘਿਸਰ ਕੇ ਵੀ ਜੇ ਕੋਈ ਜਾਣਾ ਚਾਹੇ, ਇਹ ਉਹਨੂੰ ਵੀ ਨਾ ਜਾਣ ਦੇਣ। ਇਹੋ ਜਿਹੀ ਹਾਲਤ ਇਹਨਾਂ ਪੁਜਾਰੀਆਂ ਦੀ ਹੋਈ ਹੈ। ਅਸਲ ਦੇ ਵਿੱਚ ਜਿਹੜਾ ਲੱਤਾਂ ਬਾਹਰਾ ਇਨਸਾਨ ਹੈ, ਇਹਨਾਂ ਨੂੰ ਪਤਾ ਹੈ ਕਿ ਉਹਦੇ ਉੱਥੋਂ ਦੀ ਲੰਘਣ ਦੇ ਵਿੱਚ ਟਾਈਮ ਕਾਫੀ ਲੱਗਣਾ ਹੈ, ਅਤੇ ਇਹਨਾਂ ਨੇ ਇਹ ਮਹਿਸੂਸ ਕਰ ਲਿਆ ਕਿ ਉਹਦੇ ਟਾਈਮ ਬਹੁਤਾ ਲਾਉਣ ਦੇ ਨਾਲ ਸਾਡੀ ਜਿਹੜੀ ਇਨਕਮ ਹੈ ਘਟ ਜਾਣੀ ਹੈ। ਕਿਉਂਕਿ ਜਿਤਨੀ ਦੇਰ ਦੇ ਵਿੱਚ 50 ਬੰਦੇ ਮੱਥਾ ਟੇਕ ਕੇ ਅੱਗੇ ਲੰਘ ਜਾਣੇ ਨੇ, ਉਤਨੀ ਦੇਰ ਤੱਕ ਇੱਕ ਅਪਹਾਜ ਬੰਦਾ ਮਸੀਂ ਲੰਘੇਗਾ। ਅਪਹਾਜ ਬੰਦੇ ਨੇ ਕਿੰਨੀ ਕਮਾਇਆ ਉੱਥੇ ਮੱਥਾ ਟੇਕਣਾ, ਜਦੋਂ ਕਿ ਬਾਕੀਆਂ ਨੇ ਤਾਂ ਧੜਾ ਧੜ ਨੋਟ ਰੱਖੀ ਜਾਣੇ ਨੇ ਅਤੇ ਅੱਗੇ ਲੰਘੀ ਜਾਣਾ। ਸੋ ਇਹੋ ਜਿਹੀ ਕੋਈ ਕਰਾਮਾਤੀ ਸ਼ਕਤੀ ਨਹੀਂ ਕਿ ਕਿਸੇ ਦੀਆਂ ਲੱਤਾਂ, ਕਿਸੇ ਦੀਆਂ ਅੱਖਾਂ, ਕਿਸੇ ਦੀਆਂ ਬਾਹਾਂ, ਕਿਸੇ ਦਾ ਦਿਮਾਗ ਉਹ ਠੀਕ ਕਰ ਦੇਵੇ। ਇਹ ਗੱਪਾਂ ਪੁਜਾਰੀ ਤਬਕੇ ਨੇ ਬਹੁਤ ਮਾਰੀਆਂ ਨੇ। ਨਹੀਂ ਤਾਂ ਅੱਜ ਤੱਕ ਸਿੱਖਾਂ ਦੇ ਵਿੱਚ ਘੱਟੋ ਘੱਟ ਜੇ ਮੰਨ ਲਈਏ ਤਾਂ ਇੱਕ ਵੀ ਕੋਈ ਅਪਹਾਜ, ਕੋਈ ਬਿਮਾਰ, ਕੋਈ ਭਿਆਨਕ ਰੋਗ ਵਾਲਾ ਨਹੀਂ ਲੱਭਣਾ ਸੀ, ਅਤੇ ਦਰਬਾਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰਕੇ ਸਾਰਿਆਂ ਨੇ ਤੰਦਰੁਸਤ ਹੋ ਜਾਣਾ ਸੀ। ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਇੱਥੇ ਤਾਂ ਸਾਨੂੰ ਹਸਪਤਾਲਾਂ ਦੇ ਵਿੱਚ ਬੈਠੇ ਡਾਕੂ ਲਟੇਰੇ, ਜਿਹੜੇ ਕਿ ਡਾਕਟਰਾਂ ਦਾ ਰੂਪ ਧਾਰਨ ਕਰੀ ਬੈਠੇ ਨੇ, ਉਹ ਸਾਨੂੰ ਵੱਢ ਕੇ ਖਾ ਰਹੇ ਨੇ। ਆਮ ਮਰੀਜ਼ਾਂ ਦਾ ਖੂਨ ਪੀ ਰਹੇ ਨੇ, ਬਹੁਤ ਕੁਝ ਪਾਪ ਕਰਮ, ਦੁਸ਼ਟ ਕਰਮ ਕਰ ਰਹੇ ਨੇ, ਅਤੇ ਉਹਨਾਂ ਕੋਲੇ ਸਾਨੂੰ ਮਜਬੂਰੀ ਬਸ ਫਿਰ ਵੀ ਜਾਣਾ ਪੈਂਦਾ ਹੈ। ਜੇ ਸਰੋਵਰਾਂ 'ਚ ਇਸ਼ਨਾਨ ਕਰਕੇ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਤੰਦਰੁਸਤੀਆਂ ਆਉਂਦੀਆਂ ਹੁੰਦੀਆਂ ਤਾਂ ਸਾਨੂੰ ਡਾਕਟਰਾਂ ਕੋਲੇ ਜਾ ਕੇ ਆਪਣੇ ਘਰ ਨਾ ਲਟਾਉਣੇ ਪੈਂਦੇ। ਉੱਥੇ ਸਾਨੂੰ ਆਪਣਾ ਸਭ ਕੁਝ ਦਾਅ 'ਤੇ ਨਾ ਲਾਉਣਾ ਪੈਂਦਾ, ਅਤੇ ਫਿਰ ਇਹ ਸਾਰਾ ਕੁਝ ਅਡੰਬਰ ਜਿਹੜਾ ਕਰੋਨੇ ਵਗੈਰਾ ਦਾ ਵੀ ਅੱਜ ਫੈਲਿਆ ਹੋਇਆ, ਇਹ ਇੱਥੇ ਨਾਮੋ ਨਿਸ਼ਾਨ ਨਹੀਂ ਸੀ ਲੱਭਣਾ ਜੇ ਕਿਤੇ
इस तरह करामातां दे नाल कोई तंदरुस्तियां आ सकदियां हुंदियां। ये सारे पुजारी तबके दीयां उड़ाईਆਂ ਹੋਈਆਂ अफवाहां ने, ताकि तुसीं ਵੱਧ ਤੋਂ ਵੱਧ ਉੱਥੇ ਜਾओ ਤੇ ਵੱਧ ਤੋਂ ਵੱਧ ਮਾਇਆ ਦੇ ਗੱਫੇ ਰੱਖੋ ਤੇ ਆਸ ਲਾ ਕੇ ਬਹਿ ਜਾਓ ਕਿ ਹੁਣ ਮੈਂ ਤੰਦਰੁਸਤ ਹੋ ਜਾਣਾ। ਇਹਨਾਂ ਆਸਾਂ ਨੂੰ ਮਨ ਚੋਂ ਕੱਢ ਦਿਓ। ਗੁਰਬਾਣੀ ਜ਼ਿੰਦਗੀ ਨੂੰ ਚੰਗੇ ਰਾਹ ਤੋਰਨ ਵਾਸਤੇ ਬਣੀ ਹੋਈ ਹੈ, ਗਿਆਨ ਦਾ ਸੋਮਾ ਹੈ ਤੇ ਇਸ ਤਰ੍ਹਾਂ ਕਰਾਮਾਤੀ ਸ਼ਕਤੀਆਂ ਕੋਈ ਨਹੀਂ ਹੈਗੀਆਂ। ਤੇ ਫਿਰ ਜੇ ਕਰਾਮਾਤੀ ਸ਼ਕਤੀਆਂ ਗੁਰਬਾਣੀ 'ਚ ਹੁੰਦੀਆਂ ਤਾਂ ਫਿਰ ਇੱਥੇ ਦਰਬਾਰ ਸਾਹਿਬ ਤੇ ਜਿਹੜਾ 84 ਦੇ ਵਿੱਚ ਹਮਲਾ ਕਿਹਾ ਜਾਂਦਾ ਹੋਇਆ, ਇੰਨਾ ਦੁਖਦਾਈ ਘਟਨਾਕ੍ਰਮ ਵਾਪਰਿਆ, ਉਹ ਕਰਾਮਾਤੀ ਸ਼ਕਤੀਆਂ ਨਾਲ ਉੱਥੇ ਉਸ ਹਮਲੇ ਨੂੰ ਰੋਕਿਆ ਜਾ ਸਕਦਾ ਸੀ, ਜਦੋਂ ਕਿ ਨਹੀਂ ਰੋਕਿਆ ਜਾ ਸਕਦਾ। ਹਜ਼ਾਰਾਂ ਦੀ ਗਿਣਤੀ 'ਚ ਲੋਕ ਇੱਥੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਲੇਖੇ ਲੱਗ ਗਏ ਤੇ ਕੋਈ ਕਰਾਮਾਤ ਨਹੀਂ ਵਾਪਰੀ, ਕਿਸੇ ਨੇ ਉਹਨਾਂ ਨੂੰ ਮਰਨੋਂ ਨਹੀਂ ਬਚਾਇਆ। ਤੇ ਹੋਰ ਵੀ ਬਹੁਤ ਸਾਰੇ ਹਮਲੇ ਇੱਥੇ ਹੋਏ ਨੇ ਤੇ ਬਹੁਤ ਕੁਝ ਦੁਖਦਾਈ ਵਾਪਰਿਆ ਤੇ ਕੋਈ ਕਰਾਮਾਤ ਕਦੇ ਨਹੀਂ ਵਾਪਰੀ। ਜਿਹੜੀ ਕਰਾਮਾਤ ਵਾਪਰਨ ਦੀ ਗੱਲ ਪੁਜਾਰੀ ਵੱਲੋਂ ਕੀਤੀ ਜਾਂਦੀ ਹੈ ਉਹ ਮੇਰਾ ਝੂਠ ਦਾ ਪਲੰਦਾ ਹੈ। ਉਹ ਅੱਜ ਕਰਾਮਾਤ ਦੁਖਿਆਰੇ ਸਮਾਜ ਵਾਸਤੇ ਵਰਤਾ ਕੇ ਦਿਖਾਉਣ, ਸਾਡੇ ਦੁੱਖ ਭੁੱਖ ਗਰੀਬੀ ਅਨਪੜ੍ਹਤਾ ਅਤੇ ਹੋਰ ਜਿਹੜੀਆਂ ਸਾਡੇ ਵਿੱਚ ਕਮੀਆਂ ਪੇਸ਼ੀਆਂ ਨੇ ਉਹਨੂੰ ਆਪਣੀਆਂ ਕਰਾਮਾਤੀ ਸ਼ਕਤੀਆਂ ਨਾਲ ਦੂਰ ਕਰਕੇ ਵਿਖਾਉਣ, ਜਿਹੜਾ ਕਿ ਨਹੀਂ ਹੋ ਸਕਦਾ। ਇਹ ਸਾਰਾ ਇਹਨਾਂ ਦਾ ਝੂਠ ਹੈ। ਸਵਾਲ ਨੰਬਰ 464, ਇਹ ਸਵਾਲ ਹੈ ਭਗਵੰਤ ਸਿੰਘ ਸਰੌਦ ਮਲੇਰਕੋਟਲਾ ਤੋਂ। ਇਹਨਾਂ ਦਾ ਸਵਾਲ ਹੈ, ਸੇਵਾ ਸਿੰਘ ਤਰਮਾਲਾ ਵੱਲੋਂ ਮੋਗਾ ਨੇੜੇ ਰੌਲੀ ਪਿੰਡ ਵਿੱਚ ਇੱਕ ਨਾਮ ਸਿਮਰਨ ਕੇਂਦਰ ਖੋਲ੍ਹਿਆ ਗਿਆ। ਉੱਥੇ ਇਹ ਨਾਮ ਸਿਮਰਨ ਕਰਵਾਉਂਦੇ ਨੇ, 10ਵਾਂ ਦੁਆਰ ਖੋਲ੍ਹਦੇ ਆਖਿਆ ਜਾਂਦਾ। ਬਹੁਤ ਸਾਰੇ ਲੋਕ ਇੱਥੇ ਜਾਂਦੇ ਨੇ, ਇਹਦੇ ਬਾਰੇ ਚਾਨਣਾ ਪਾਓ। ਗੁਰੂ ਪਿਆਰ ਵਾਲਿਓ, ਮੈਂ ਆਪਣੀਆਂ ਕਿਤਾਬਾਂ ਦੇ ਵਿੱਚ ਇਹ ਸਾਰਾ ਮੈਟਰ ਪਾਇਆ ਹੋਇਆ। ਇੱਕ ਮੇਰੇ ਬਹੁਤ ਹੀ ਪਿਆਰ ਵਾਲੇ ਵੱਡੇ ਵੀਰ ਹਰਜਿੰਦਰਮੀਤ ਸਿੰਘ ਫਰੀਦਕੋਟ ਤੋਂ, ਇਹ ਡਾਕਟਰ ਨੇ। ਇਹਨਾਂ ਦਾ ਇੱਕ ਲੰਮਾ ਲੇਖ ਕੌਮੀ ਸੂਰਾ ਮੈਗਜ਼ੀਨ ਦੇ ਵਿੱਚ ਸਤੰਬਰ 2008 ਦੇ ਵਿੱਚ ਛਪਿਆ ਸੀ। ਮੈਂ ਉਹ ਧੰਨਵਾਦ ਸਹਿਤ ਆਪਣੀ ਕਿਤਾਬ ਕਿਵੇਂ ਕੀਤਾ ਜਾ ਰਿਹਾ ਹੈ ਸਿੱਖਾਂ ਦਾ ਸਰਬਨਾਸ਼ ਇਹਦੇ ਵਿੱਚ ਪਾ ਲਿਆ ਸੀ। ਇਹਨੇ ਅੰਦਰ ਦੇ ਪਰਦੇ ਪਾੜ ਕੇ ਰੱਖ ਦਿੱਤੇ ਨੇ ਇਹ ਸੇਵਾ ਸਿੰਘ ਤਰਮਾਲੇ ਦੇ। ਸਿਮਰਜੀਤ ਸਿੰਘ ਮਾਨ ਦੇ ਨਾਲ ਇਹ ਪੁਲਿਸ ਡਿਊਟੀ ਦੇ ਤੌਰ 'ਤੇ, ਸਿਮਰਜੀਤ ਸਿੰਘ ਮਾਨ ਜਦੋਂ SSP ਫਰੀਦਕੋਟ ਸੀ ਉਦੋਂ ਉਹਦੇ ਨਾਲ ਡਿਊਟੀ ਲੱਗੀ ਸੀ ਸੇਵਾ ਸਿੰਘ ਤਰਮਾਲੇ ਦੀ। ਬਾਅਦ ਦੇ ਵਿੱਚ ਇਹ ਸਿਮਰਜੀਤ ਸਿੰਘ ਮਾਨ ਰੇਲਵੇ ਵਿਭਾਗ ਦੇ ਵਿੱਚ ਬਦਲੀ ਕਰਕੇ ਸਰਕਾਰ ਨੇ ਭੇਜ ਦਿੱਤਾ ਤੇ ਸੇਵਾ ਸਿੰਘ ਤਰਮਾਲੇ ਦੀ ਵੀ ਬਦਲੀ ਤਾਂ ਨਾਲ ਕਰ ਦਿੱਤੀ, ਪਰ ਇਹਦੀ ਹਾਜ਼ਰੀ ਇੱਥੇ ਹੀ ਲੱਗਦੀ ਰਹੀ, ਉੱਥੇ ਨਹੀਂ ਗਿਆ ਤੇ ਸਰਕਾਰੀ ਨੌਕਰੀ ਤੋਂ ਵੀ ਇਹਨੂੰ ਡਿਸਮਿਸ ਨਹੀਂ ਕੀਤਾ ਗਿਆ, ਇਹਨੂੰ ਤਨਖਾਹ ਵੀ ਮਿਲਦੀ ਰਹੀ। ਤਾਂ ਇਹ ਖਾੜਕੂਆਂ ਦੇ ਵਿੱਚ ਸ਼ਾਮਲ ਹੋ ਗਿਆ ਤੇ ਕਈ ਸਾਰੇ ਖਾੜਕੂਪਣੇ ਦੇ ਇਹਨੇ ਕੰਮ ਵੀ ਕੀਤੇ। ਤੇ ਹਰਜਿੰਦਰਮੀਤ ਸਿੰਘ ਨੇ ਲਿਖਿਆ ਕਿ ਮੇਰੇ ਕੋਲੇ ਆ ਕੇ ਪਹਿਲਾਂ ਦੱਸ ਦਿੰਦਾ ਸੀ ਕਿ ਹੁਣ ਫਲਾਣੀ ਥਾਂ 'ਤੇ ਘਟਨਾ ਵਾਪਰਨ ਵਾਲੀ ਹੈ, ਮੇਰੇ ਸੰਗੀ ਸਾਥੀ ਅਤੇ ਮੈਂ ਉੱਥੇ ਇਹ ਜਿਹੜਾ ਧਮਾਕਾ ਕਰਕੇ ਆਵਾਂਗੇ ਜਾਂ ਕਿਸੇ ਦਾ ਨੁਕਸਾਨ ਕਰਕੇ ਆਵਾਂਗੇ। 2-4 ਦਿਨਾਂ ਪਿੱਛੋਂ ਅਖਬਾਰਾਂ 'ਚ ਖਬਰ ਛਪੀ ਹੁੰਦੀ ਤੇ ਇਹ ਮੈਨੂੰ ਫਿਰ ਆ ਕੇ ਤਰਮਾਲਾ ਵਿਖਾਉਂਦਾ ਹੁੰਦਾ ਕਿ ਆਹ ਦੇਖ ਲਓ ਇਹ ਕੰਮ ਅਸੀਂ ਕੀਤਾ ਹੈ, ਤੁਹਾਨੂੰ ਪਹਿਲਾਂ ਦੱਸ ਦਿੱਤਾ ਗਿਆ ਸੀ। ਇਹ ਅਜਿਹੇ ਬੰਦਿਆਂ ਨਾਲ ਸੰਬੰਧ ਸਨ। ਹੌਲੀ ਹੌਲੀ ਬਾਅਦ ਦੇ ਵਿੱਚ ਇਹਨਾਂ ਨੇ ਬੈਂਕਾਂ ਲੁੱਟਣੀਆਂ ਅਤੇ ਹੋਰ ਇਹੋ ਜਿਹੇ ਕੰਮ ਕਰਨੇ, ਇਹ ਸਾਰਾ ਕਰਦਾ ਰਿਹਾ ਤੇ ਬਾਅਦ ਦੇ ਵਿੱਚ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ, ਤਿਹਾੜ ਜੇਲ੍ਹ 'ਚ ਰੱਖਿਆ ਗਿਆ। ਫਿਰ ਇਹਨੂੰ ਵਿਦੇਸ਼ ਭੇਜ ਦਿੱਤਾ ਗਿਆ। ਵਿਦੇਸ਼ ਦੇ ਵਿੱਚੋਂ ਇਹਨੇ ਬੇਅੰਤ ਪੈਸਾ ਇਕੱਠਾ ਕੀਤਾ ਤੇ ਇੱਥੇ ਜਿਹੜਾ ਰੌਲੀ ਪਿੰਡ ਹੈ ਮੋਗੇ ਦੇ ਲਾਗੇ, ਇੱਥੇ ਮੈਂ ਆਪ ਘੁੰਮ ਕੇ ਫਿਰ ਕੇ ਪਤਾ ਕਰਕੇ ਵੇਖ ਕੇ ਆਇਆ। 26 ਕਿੱਲੇ ਜ਼ਮੀਨ ਇਹਨੇ ਕਿੰਨੀ ਵੱਡੀ ਕੀਮਤ ਤਾਰ ਕੇ ਕਰੀਬ 26-27 ਕਰੋੜ ਰੁਪਈਏ ਦੀ ਉਹ 26 ਕਿੱਲੇ ਜ਼ਮੀਨ ਖਰੀਦੀ ਤੇ ਉਹਦੇ ਵਿੱਚ ਆਪਣਾ ਬਹੁਤ ਵੱਡਾ ਡੇਰਾ ਬਣਾਇਆ ਤੇ ਉਹਦਾ ਨਾਮ ਇਹਨੇ ਰੱਖਿਆ ਬ੍ਰਹਮ ਗਿਆਨ ਦੀ ਯੂਨੀਵਰਸਿਟੀ। ਉੱਥੇ ਤੁਸੀਂ ਦਾਖਲ ਹੋਵੋ, ਤੁਹਾਡਾ ਤੀਜਾ ਨੇਤਰ ਖੋਲ੍ਹਿਆ ਜਾਵੇਗਾ ਤੇ ਤੁਹਾਨੂੰ ਬ੍ਰਹਮ ਗਿਆਨੀ ਬਣਾਇਆ ਜਾਵੇਗਾ। ਮੈਂ ਇਸ ਨੂੰ ਸਪੋਕਸਮੈਨ ਅਖਬਾਰ ਦੇ ਰਾਹੀਂ ਲੰਮਾ ਲੇਖ ਲਿਖ ਕੇ ਸਵਾਲ ਕੀਤੇ ਕਿ ਤੁਹਾਡੀ ਬ੍ਰਹਮ ਗਿਆਨ ਦੀ ਯੂਨੀਵਰਸਿਟੀ ਦਾ ਸਿਲੇਬਸ ਕੀ ਹੈ ਤੇ ਉਹ ਜਿਹੜੇ ਪੜ੍ਹਾਉਣ ਵਾਲੇ ਪ੍ਰੋਫੈਸਰ ਨੇ ਉਹ ਕਿੱਥੋਂ ਪੜ੍ਹ ਕੇ ਆਉਣਗੇ, ਉਹਨਾਂ ਨੂੰ ਤਨਖਾਹ ਕਿੰਨੀ ਦਿਓਗੇ ਤੁਸੀਂ, ਤੇ ਬ੍ਰਹਮ ਗਿਆਨੀ ਬਣ ਕੇ ਉਹ ਫਿਰ ਅੱਗੋਂ ਸਮਾਜ ਦਾ ਕੀ ਭਲਾ ਕਰਨਗੇ।
ਇਹੋ ਜਿਹੇ 15-20 ਸਵਾਲ ਮੈਂ ਇਹਨਾਂ ਦੇ ਅੱਗੇ ਰੱਖੇ। ਇਹਨਾਂ ਨੇ ਕੋਈ ਵੀ ਜਵਾਬ ਮੇਰੀ ਗੱਲ ਦਾ ਤਾਂ ਨਾ ਦਿੱਤਾ। ਧਮਕੀਆਂ ਮੈਨੂੰ ਬਹੁਤ ਦਿੱਤੀਆਂ ਕਿ ਤੂੰ ਬਸ ਹੁਣ ਕੁਝ ਹੀ ਦਿਨਾਂ ਦਾ ਮਹਿਮਾਨ ਹੈ, ਤੈਨੂੰ ਖਤਮ ਕਰ ਦਿੱਤਾ ਜਾਵੇਗਾ। 2012 ਦੇ ਦਸੰਬਰ ਮਹੀਨੇ ਦੇ ਵਿੱਚ ਇਹ ਬ੍ਰਹਮ ਗਿਆਨੀ ਅਖਵਾਉਣ ਵਾਲਾ ਅਚਨਚੇਤੀ ਦੌਰਾ ਪੈ ਕੇ ਮਰ ਗਿਆ ਤੇ ਵੱਡੀ ਭਾਰੀ ਜਾਇਦਾਦ ਆਪਣੇ ਧੀਆਂ ਪੁੱਤਰਾਂ ਵਾਸਤੇ ਛੱਡ ਗਿਆ। ਇੱਥੇ ਲੋਕਾਂ ਦਾ ਸਮਾਂ ਬਰਬਾਦ ਕੀਤਾ ਜਾਂਦਾ ਹੈ, ਕੁਰਾਹੇ ਪਾਇਆ ਜਾਂਦਾ ਹੈ, ਲੁੱਟ ਕੇ ਖਾਧਾ ਜਾਂਦਾ ਹੈ। ਜਿਹੜਾ ਇੱਕ ਸਰਕਾਰ ਦਾ ਟਾਊਟ ਸੀ, ਬਲੈਕ ਕੈਟ ਸੀ, ਸੇਵਾ ਸਿੰਘ ਤਰਮਾਲਾ, ਤੇ ਉਹ ਸੰਤ ਬਣ ਕੇ ਇੱਥੇ ਬਹਿ ਗਿਆ। ਬ੍ਰਹਮ ਗਿਆਨ ਦੀ ਯੂਨੀਵਰਸਿਟੀ ਉਹਨੇ ਖੋਲ੍ਹ ਲਈ ਤੇ ਆਪ ਉੱਥੇ ਘੁੰਮ ਕੇ ਵੇਖਿਆ ਉਹ ਕਿੰਨੇ ਕੁ ਉੱਥੇ ਬ੍ਰਹਮ ਗਿਆਨੀ ਬੈਠੇ ਨੇ ਤੇ ਤੁਹਾਨੂੰ ਕਿਹੜੀ ਬ੍ਰਹਮ ਗਿਆਨਤਾ ਉਹ ਦੇ ਰਹੇ ਨੇ। ਇਹ ਸਾਰਾ ਕੁਝ ਸਾਡੀ ਮੂਰਖਤਾ ਦੇ ਕਾਰਨ ਆਲੇ ਦੁਆਲੇ ਫੈਲਿਆ ਹੋਇਆ। ਮੈਂ ਇਹਨਾਂ ਦੇ ਅੰਦਰਲੇ ਭੇਦ ਬਹੁਤ ਕੁਝ ਆਪਣੀਆਂ ਕਿਤਾਬਾਂ ਦੇ ਵਿੱਚ ਪਾਏ ਹੋਏ ਨੇ। ਜੇ ਤੁਸੀਂ ਕਿਤਾਬਾਂ ਪੜ੍ਹੋਗੇ ਤਾਂ ਬਹੁਤ ਸਾਰੀਆਂ ਹੋਰ ਗੱਲਾਂ ਦਾ ਵੀ ਤੁਹਾਨੂੰ ਪਤਾ ਲੱਗ ਜਾਵੇਗਾ। ਤੋ ਇਸ ਤਰ੍ਹਾਂ ਇਹ ਕੋਈ ਬ੍ਰਹਮ ਗਿਆਨਤਾ ਨਹੀਂ ਉੱਥੇ ਮਿਲਦੀ। ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ, ਅੱਖਾਂ ਮੀਟ ਕੇ ਚੌਂਕੜੇ ਮਰਵਾ ਕੇ ਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਵਾਇਆ ਜਾਂਦਾ ਹੈ। ਤੇ ਇਸ ਤਰ੍ਹਾਂ ਕਰਨ ਨਾਲ ਜੇ ਅਕਲ ਆਈ ਹੁੰਦੀ ਤਾਂ ਹੁਣ ਤੱਕ ਇਹ ਵੱਡੇ ਵੱਡੇ ਗਿਆਨੀ ਵਿਗਿਆਨੀ ਬਣ ਚੁੱਕੇ ਹੁੰਦੇ। ਤੇ ਜਿਹੜੇ ਵਿਗਿਆਨੀ ਬਣੇ ਨੇ ਉਹਨਾਂ ਨੇ ਕਦੇ ਵੀ ਵਾਹਿਗੁਰੂ ਸਿਮਰਨ ਦਾ ਜਾਪ ਨਹੀਂ ਕੀਤਾ ਤੇ ਉਹ ਵਿਗਿਆਨੀ ਬਣ ਗਏ ਨੇ। ਗੁਰੂ ਪਿਆਰ ਵਾਲਿਓ, ਸੰਭਲਣ ਦੀ ਲੋੜ ਹੈ। ਇਹਨਾਂ ਅੰਧ ਵਿਸ਼ਵਾਸਾਂ ਚੋਂ ਨਿਕਲ ਕੇ ਗਿਆਨ ਹਾਸਲ ਕਰੀਏ। ਗੁਰਬਾਣੀ ਗਿਆਨ ਦਾ ਖਜ਼ਾਨਾ ਆਪ ਪੜ੍ਹੀਏ, ਸਮਝੀਏ। ਸਾਨੂੰ ਗਿਆਨ ਗੁਰਬਾਣੀ ਚੋਂ ਮਿਲਣਾ ਹੈ ਜਾਂ ਚੋਟੀ ਦੇ ਜਿਹੜੇ ਵਿਦਵਾਨ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹੀਏ। ਆਪਣੀ ਜ਼ਿੰਦਗੀ ਦੇ ਚੰਗੇ ਤਜਰਬੇ ਹਾਸਲ ਕਰੀਏ, ਚੰਗੇ ਕੰਮ ਕਰੀਏ, ਸਮਾਜ ਨੂੰ ਸੋਹਣਾ ਬਣਾਉਣ ਦਾ ਯਤਨ ਕਰੀਏ। ਇਹਨਾਂ ਪਖੰਡਾਂ ਦੇ ਨਾਲ ਆਪਣੇ ਸਮਾਜ ਨੂੰ ਬਰਬਾਦ ਨਾ ਕਰੀਏ। ਸਵਾਲ ਨੰਬਰ 465 ਭਾਈ ਰਣਜੀਤ ਸਿੰਘ ਮਾਨ, ਇਹਨਾਂ ਦਾ ਪਿੰਡ ਮਾਨਗੜ੍ਹ, ਜ਼ਿਲ੍ਹਾ ਫਤਿਹਗੜ੍ਹ। ਇਹਨਾਂ ਦਾ ਸਵਾਲ ਹੈ, ਆਮ ਹੀ ਕਿਹਾ ਜਾਂਦਾ ਹੈ ਕਿ ਆਹ ਤਾਂ ਕਰਨੀ ਦਾ ਫਲ ਹੈ, ਪਿਛਲੇ ਵੀ ਜਨਮਾਂ ਦਾ ਲੇਖਾ ਜੋਖਾ ਤਾਂ ਦੇਣਾ ਹੀ ਪੈਂਦਾ ਹੈ। ਇਹਦੇ ਬਾਰੇ ਤੁਸੀਂ ਚਾਨਣਾ ਪਾਓ ਜੀ। ਪਿਛਲਾ ਜਨਮ ਪਤਾ ਕੀ ਹੈ? ਸਾਡੇ ਮਾਤਾ ਪਿਤਾ ਹੀ ਸਾਡਾ ਪਿਛਲਾ ਜਨਮ ਨੇ। ਸਾਡੇ ਦਾਦੇ ਦਾਦੀਆਂ, ਨਾਨੇ ਨਾਨੀਆਂ, ਜਿਹੜੇ ਸਾਡਾ ਪੀੜ੍ਹੀ ਦਰ ਪੀੜ੍ਹੀ ਅਸੀਂ ਅੱਗੇ ਚੱਲ ਰਹੇ ਹਾਂ, ਸਾਡੇ 'ਚ ਦਾਦੇ ਦਾਦੀਆਂ ਤੋਂ, ਵੱਡੇ ਵਡੇਰਿਆਂ ਤੋਂ ਗੁਣ ਵੀ ਆਉਂਦੇ ਨੇ ਤੇ ਕਈ ਔਗੁਣ ਵੀ ਆਉਂਦੇ ਨੇ। ਤੇ ਜੇ ਕਿਸੇ ਨੂੰ ਦਿਲ ਦਾ ਰੋਗ ਹੋਵੇ, ਡਾਕਟਰ ਕੋਲੇ ਅੱਜ ਕੱਲ੍ਹ ਜਾਈਏ ਤਾਂ ਡਾਕਟਰ ਪੁੱਛਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਹੋਰ ਨੂੰ ਵੀ ਇਹ ਬਿਮਾਰੀ ਹੈਗੀ ਸੀ? ਪਿਤਾ ਨੂੰ, ਮਾਤਾ ਨੂੰ, ਦਾਦੇ ਦਾਦੀ ਨੂੰ, ਨਾਨੇ ਨਾਨੀ ਨੂੰ ਇਹ ਅੱਗੋਂ ਤੋਂ ਅੱਗੋਂ ਬਿਮਾਰੀ ਚੱਲਦੀ ਰਹਿੰਦੀ ਹੈ। ਇਹ ਪਿਛਲਾ ਜਨਮ ਹੈ। ਤੇ ਗੁਰੂ ਪਿਆਰ ਵਾਲਿਓ, ਹੋਰ ਕੋਈ ਪਿਛਲਾ ਜਨਮ ਨਹੀਂ ਹੈ। ਤੇ ਸਾਡਾ ਅਗਲਾ ਜਨਮ ਕਿਹੜਾ ਹੋਣਾ ਹੈ? ਉਹ ਸਾਡੀ ਔਲਾਦ ਸਾਡਾ ਅਗਲਾ ਜਨਮ ਹੋਣਾ ਹੈ। ਜਿਹੜਾ ਗੁਰਬਾਣੀ ਦੇ ਵਿੱਚ ਪੰਕਤੀਆਂ ਆਉਂਦੀਆਂ ਨੇ ਉਹ ਸਾਨੂੰ ਕੇਵਲ ਪੁਰਾਤਨ ਜੋ ਪਰੰਪਰਾਵਾਂ ਦੇ ਵਿੱਚ ਜ਼ਬਾਨ 'ਤੇ ਚੜ੍ਹੀਆਂ ਹੋਈਆਂ ਗੱਲਾਂ ਸੀ, ਪੁਰਾਣਿਕ ਕਿਤਾਬਾਂ ਜਿਹੜੀਆਂ ਬ੍ਰਾਹਮਣੀ ਸਮਾਜ ਵੱਲੋਂ ਪ੍ਰਚਲਿਤ ਕੀਤੀਆਂ ਗਈਆਂ ਸੀ, ਉਹਨਾਂ ਦੇ ਕੇਵਲ ਹਵਾਲੇ ਮਾਤਰ ਤਾਂ ਕਿਤੇ ਮਿਲ ਜਾਂਦੇ ਨੇ। ਗੁਰੂ ਸਾਹਿਬ ਨੇ ਅਗਲੇ ਪਿਛਲੇ ਜਨਮਾਂ ਨੂੰ ਪ੍ਰਵਾਨ ਨਹੀਂ ਕੀਤਾ। ਜੋ ਕੁਝ ਕੀਤਾ ਹੈ, ਗੁਰੂ ਸਾਹਿਬ ਨੇ ਜਨਮ ਲੈ ਕੇ ਇਸ ਧਰਤੀ ਦੇ ਉੱਤੇ ਜੋਤੀ ਜੋਤ ਸਮਾਉਣ ਤੱਕ ਇੱਥੇ ਸਾਰਾ ਕੁਝ ਕੀਤਾ ਹੈ। ਇਹ ਨਹੀਂ ਕਿਹਾ ਕਿ ਮੈਂ ਅਗਲੇ ਜਨਮ 'ਚ ਕੁਝ ਕਰਾਂਗਾ ਜਾਂ ਮੈਂ ਤਾਂ ਪਿਛਲੇ ਜਨਮ 'ਚ ਕਰ ਚੁੱਕਿਆ ਹੋਇਆ। ਇਹ ਕਦੀ ਵੀ ਨਹੀਂ ਕਿਹਾ ਤੇ ਨਾ ਸਾਨੂੰ ਇਹੋ ਜਿਹੇ ਲਾਰੇ ਲਾਏ। ਜਿਹੜਾ ਕੁਝ ਕਰਨਾ ਹੈ ਜਨਮ ਤੋਂ ਲੈ ਕੇ ਮਰਨ ਤੱਕ ਅਸੀਂ ਇੱਥੇ ਹੀ ਕਰਨਾ ਹੈ। ਅੱਜ ਜੇ ਅਮਰੀਕਾ ਵਧੀਆ ਦੇਸ਼, ਸੋਹਣਾ ਦੇਸ਼ ਬਣਿਆ ਹੋਇਆ ਤਾਂ ਇੱਥੇ ਧਰਤੀ ਦੇ ਉੱਤੇ ਉਹਨਾਂ ਦੇ ਲੋਕਾਂ ਵੱਲੋਂ ਚੰਗਾ ਸਮਾਜ ਸਿਰਜ ਕੇ ਚੰਗਾ ਦੇਸ਼ ਬਣਾਇਆ ਗਿਆ, ਚੰਗੀ ਪੜ੍ਹਾਈ ਕਰਵਾਈ ਗਈ ਹੈ, ਚੰਗਾ ਕਾਨੂੰਨ ਲਾਗੂ ਕੀਤਾ ਗਿਆ, ਚੰਗੇ ਇਲਾਜ ਹਸਪਤਾਲ ਉਹਨਾਂ ਨੇ ਆਪਣੇ ਲੋਕਾਂ ਵਾਸਤੇ ਬਣਾਏ ਨੇ, ਚੰਗੇ ਵਿਗਿਆਨੀ ਉੱਥੇ ਪੈਦਾ ਹੋਏ ਨੇ, ਨਾ ਕਿ ਉਹਨਾਂ ਨੇ ਅਗਲੇ ਪਿਛਲੇ ਜਨਮ ਦੀ ਉਡੀਕ ਕੀਤੀ ਹੈ। ਹੋਰ ਵੀ ਜਿਹੜੇ ਦੇਸ਼ ਅੱਗੇ ਲੰਘੇ ਨੇ ਉਹ ਇਸ ਧਰਤੀ ਦੇ ਉੱਤੇ ਚੰਗੇ ਕੰਮ ਕਰਕੇ ਗਿਆਨਵਾਨ ਬਣ ਕੇ ਅੱਗੇ ਲੰਘੇ ਨੇ, ਨਾ ਕਿ ਉਹ ਕੇਵਲ ਤੇ ਕੇਵਲ ਅਗਲੇ ਪਿਛਲੇ ਜਨਮ ਦੀਆਂ ਕਹਾਣੀਆਂ ਪਾ ਕੇ। ਭਾਰਤ ਦੇਸ਼ ਅੱਜ ਗਰਕਿਆ ਪਿਆ ਦੁਨੀਆ ਦੇ ਗਰੀਬ ਦੇਸ਼ਾਂ ਦੇ ਵਿੱਚੋਂ। ਬਹੁਤ ਥੱਲੇ ਵਾਲੇ ਦੇਸ਼ਾਂ ਦੇ ਵਿੱਚ ਗਰੀਬੀ 'ਚ ਹੈ, ਅਨਪੜ੍ਹਤਾ 'ਚ ਹੈ, ਮੂਰਖਤਾ ਦੇ ਵਿੱਚ ਚੱਲ ਰਿਹਾ ਹੈ। ਪਰ ਧਰਮ ਕਰਮ ਇੱਥੇ ਬੜੇ ਹੋ ਰਹੇ ਨੇ, ਪਾਠ ਬੜੇ ਹੋ ਰਹੇ ਨੇ, ਸਿਮਰਨ ਬਹੁਤ ਹੋ ਰਹੇ ਨੇ, ਹਵਨ ਬਹੁਤ ਹੋ ਰਹੇ ਨੇ, ਟੱਲੀਆਂ ਬਹੁਤ ਖੜਕ ਰਹੀਆਂ ਨੇ, ਤੀਰਥ ਯਾਤਰਾਵਾਂ ਬਹੁਤ ਹੋ ਰਹੀਆਂ ਨੇ, ਪਰ ਦੇਸ਼ ਦੀ ਹਾਲਤ ਨਹੀਂ ਸੁਧਰੀ। ਤੇ ਇੱਥੇ ਰਿਸ਼ਵਤਖੋਰੀ, ਬੇਈਮਾਨੀ, ਚੋਰੀ ਠੱਗੀ, ਕਤਲੋ ਗਾਰਤ
ਉਹ ਬੰਦ ਨਹੀਂ ਹੋਈ। ਤਾਂ ਇਹਨਾਂ ਗੱਲਾਂ 'ਚ ਪਿਛਲੇ ਜਨਮਾਂ ਦਾ ਕੀਤੇ ਕਰਮ ਅੱਗੇ ਆਉਂਦੇ ਨੇ। ਇਹ ਸਾਰਾ ਝੂਠ ਹੈ, ਸਾਡੀ ਜ਼ਬਾਨ ਬੰਦ ਕਰਨ ਵਾਸਤੇ ਹੈ। ਜਦੋਂ ਅਸੀਂ ਜੇ ਮੰਨਦੇ ਹਾਂ ਕਿ ਮੇਰੀ ਬਿਮਾਰੀ ਪਿਛਲੇ ਜਨਮਾਂ ਦੇ ਪਿਛਲੇ ਕਰਮਾਂ ਦੇ ਕਾਰਨ ਹੋਈ ਹੈ, ਫਿਰ ਹਸਪਤਾਲਾਂ ਦੇ ਵਿੱਚ ਧੱਕੇ ਖਾਣ ਦੀ ਕੀ ਲੋੜ ਪਈ ਹੈ? ਪੈਸੇ ਕਿਉਂ ਖਰਚ ਕਰਦੇ ਹੋ? ਤੇ ਇਹ ਲੋਕਾਂ ਨੇ, ਅਮੀਰ ਲੋਕਾਂ ਨੇ ਆਪਣੀ ਅਮੀਰੀ ਦਾ ਜਿਹੜਾ ਪੈਸਾ ਉਹਨਾਂ ਨੇ 2 ਨੰਬਰ ਦੇ ਢੰਗ ਨਾਲ, ਬੇਈਮਾਨੀ ਦੇ ਢੰਗ ਨਾਲ ਕਮਾਇਆ ਹੁੰਦਾ, ਉਹਨੂੰ ਛੁਪਾਉਣ ਵਾਸਤੇ ਕੀ ਕਹਿੰਦੇ ਨੇ? ਇਹ ਤਾਂ ਮੈਂ ਪਿਛਲੇ ਜਨਮਾਂ ਦੇ ਵਿੱਚ ਪੁੰਨ ਕਰਮ ਕੀਤੇ ਸੀ ਤਾਂ ਮੇਰੇ ਕੋਲੇ ਇੰਨਾ ਪੈਸਾ ਆਇਆ, ਤੇ ਤੁਸੀਂ ਪਿਛਲੇ ਜਨਮਾਂ 'ਚ ਮਾੜੇ ਕੰਮ ਕੀਤੇ ਸੀ, ਇਸ ਕਰਕੇ ਤੁਸੀਂ ਗਰੀਬ ਰਹਿ ਗਏ, ਤਾਂ ਤੁਹਾਡੇ 'ਤੇ ਬਿਮਾਰੀਆਂ ਆ ਗਈਆਂ। ਤਾਂ ਇਹਨਾਂ 'ਤੇ ਯਕੀਨ ਨਾ ਕਰੋ, ਬਲਕਿ ਆਪਣੇ ਇਸੇ ਜਨਮ ਦੇ ਵਿੱਚ ਚੰਗੇ ਕੰਮ ਕਰੋ, ਵਿੱਦਿਆ ਹਾਸਲ ਕਰੋ, ਹਿੰਮਤ ਹੌਸਲਾ ਪੈਦਾ ਕਰੋ, ਤੇ ਆਪਣਾ ਜਨਮ ਸਤਿਗੁਰ ਕੈ ਜਨਮੈ ਗਵਨ ਮਿਟਾਇਆ। ਜਦੋਂ ਤੁਸੀਂ ਗੁਰੂ ਵਾਲੇ ਰਾਹ 'ਤੇ ਚੱਲ ਪਓਗੇ ਤਾਂ ਤੁਹਾਡਾ ਪਿਛਲਾ ਕੀਤਾ ਮਾੜਾ ਕੰਮ ਉਹ ਖਤਮ ਹੋ ਜਾਵੇਗਾ। ਇਸੇ ਧਰਤੀ ਦੇ ਉੱਤੇ ਸੱਜਣ ਠੱਗ, ਭੂਮੀਆਂ ਚੋਰ ਅਤੇ ਹੋਰ ਕਿੰਨੇ ਮਾੜੇ ਲੋਕ ਗੁਰੂ ਦੀ ਸਿੱਖਿਆ ਲੈ ਕੇ ਉਹ ਨਵਾਂ ਜਨਮ ਲੈ ਕੇ ਚੰਗੇ ਰਾਹ ਦੇ ਪਾਂਧੀ ਬਣ ਗਏ। ਅਸੀਂ ਅੱਜ ਵੀ ਜਦੋਂ ਕਿਸੇ ਨੂੰ ਖੰਡੇ ਕੀ ਪਹੁਲ ਛਕਾਈ ਜਾਂਦੀ ਹੈ, ਇਹ ਕਿਹਾ ਜਾਂਦਾ ਅੱਜ ਤੋਂ ਤੁਹਾਡਾ ਨਵੇਂ ਘਰ ਜਨਮ ਹੋਇਆ, ਗੁਰੂ ਦੇ ਘਰ ਜਨਮ ਹੋਇਆ, ਤੁਹਾਡੇ ਪਿਛਲੀ ਜਾਤ ਗੋਤ ਪੁੰਨ ਪਾਪ ਸਭ ਖਤਮ, ਅੱਜ ਤੁਸੀਂ ਗੁਰੂ ਕੇ ਪੁੱਤਰ ਧੀਆਂ ਬਣੇ ਹੋ, ਤੇ ਅੱਜ ਤੋਂ ਬਾਅਦ ਤੁਸੀਂ ਜਿਹੜਾ ਕੰਮ ਕਰਨਾ ਗੁਰਬਾਣੀ ਦੇ ਅਨੁਸਾਰ ਕਰਨਾ। ਇਹ ਗੱਲਾਂ ਸਾਨੂੰ ਭੁਲਾ ਦਿੱਤੀਆਂ ਗਈਆਂ ਪੁਜਾਰੀ ਤਬਕੇ ਵੱਲੋਂ। ਤੋਂ ਅਗਲੇ ਪਿਛਲੇ ਜਨਮਾਂ ਦੇ ਭਰਮਾਂ 'ਚ ਨਹੀਂ ਪੈਣਾ, ਇਸੇ ਜਨਮ ਨੂੰ ਹੋਰ ਚੰਗਾ ਹੋਰ ਵਧੀਆ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਾ। ਡਰ ਵਹਿਮ ਆਪਣੇ ਮਨ 'ਚੋਂ ਸਦਾ ਵਾਸਤੇ ਕੱਢ ਦੇਣਾ। ਤੋਂ ਇੱਥੇ ਆਪਾਂ ਸਮਾਪਤ ਕਰਦੇ ਹਾਂ। ਇਹ ਭਾਗ ਨੰਬਰ 53 ਸਵਾਲ ਜਵਾਬ ਦਾ ਤੁਹਾਡੇ ਸਨਮੁਖ ਰੱਖਿਆ ਗਿਆ। ਛੋਟੀਆਂ ਮੋਟੀਆਂ ਗਲਤੀਆਂ ਅਕਸਰ ਹੋ ਜਾਂਦੀਆਂ ਨੇ, ਸਾਰੀਆਂ ਗੱਲਾਂ ਦੇ ਨਾਲ ਸਹਿਮਤ ਹੋਣਾ ਕਿਸੇ ਦਾ ਕੋਈ ਜ਼ਰੂਰੀ ਨਹੀਂ ਹੈ। ਤੇ ਤੁਸੀਂ ਹੋਰ ਖੋਜ ਕਰੋ, ਜਿੰਨੀ ਕੁ ਮੈਂ ਦੱਸ ਦਿੱਤੀ ਉਹਦਾ ਲਾਹਾ ਲੈ ਕੇ, ਜੇ ਮੇਰੀਆਂ ਗੱਲਾਂ ਚੰਗੀਆਂ ਵੀ ਨਹੀਂ ਲੱਗੀਆਂ ਤਾਂ ਵੀ ਤੁਸੀਂ ਆਪ ਹੋਰ ਖੋਜ ਕਰੋ, ਤਾਂ ਕਿ ਇਦੋਂ ਵਧੀਆ ਗੱਲਾਂ ਤੁਹਾਨੂੰ ਹੋਰ ਪਤਾ ਲੱਗ ਜਾਵੇ ਗੁਰਬਾਣੀ 'ਚੋਂ ਅਤੇ ਹੋਰ ਵਿਦਵਾਨਾਂ ਤੋਂ। ਤੁਸੀਂ ਆਪਣੀ ਜ਼ਿੰਦਗੀ 'ਚ ਚੰਗੇ ਕਾਮਯਾਬ ਇਨਸਾਨ ਬਣ ਸਕੋ ਅਤੇ ਸਮਾਜ ਦਾ ਵੀ ਕੁਝ ਭਲਾ ਕਰ ਸਕੋ। ਤਤ ਗੁਰਮਤਿ ਗਿਆਨ YouTube ਚੈਨਲ ਤੁਹਾਡੀ ਸੇਵਾ 'ਚ ਹਾਜ਼ਰ ਰਹਿ ਕੇ ਇਹ ਕਾਰਜ ਕਰਨ ਦਾ ਯਤਨ ਕਰ ਰਿਹਾ। ਹੋਈਆਂ ਭੁੱਲਾਂ ਲਈ ਖਿਮਾ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।